ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਖਾਸ ਪੇਸ਼ਕਸ਼ ਦੇ ਵਿੱਚ ਸਵਾਗਤ ਹੈ। ਤੇ ਅੱਜ ਗੱਲਬਾਤ ਕਰਾਂਗੇ ਸਿਆਟਲ ਦੇ ਵਿੱਚ ਜਾਤ ਦੇ ਆਧਾਰ ਤੇ ਜਿਹੜਾ ਬੈਨ ਲੱਗਿਆ ਉਸ ਦੇ ਬਾਰੇ। ਅਮਰੀਕਾ ਦੇ ਸਿਆਟਲ ਵਿੱਚ ਜਾਤ ਦੇ ਆਧਾਰ ਤੇ ਹੋਣ ਵਾਲੇ ਭੇਦਭਾਵ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ। ਦੂਜੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਸਿਆਟਲ ਦੇ ਭੇਦਭਾਵ ਵਿਰੋਧੀ ਕਾਨੂੰਨ ਦੇ ਵਿੱਚ ਜਾਤ ਨੂੰ ਵੀ ਸ਼ਾਮਿਲ ਕਰ ਲਿਆ ਗਿਆ। ਅਮਰੀਕਾ ਦੇ ਵਿੱਚ ਰਹਿੰਦੇ ਸਾਊਥ ਏਸ਼ੀਅਨ ਭਾਈਚਾਰੇ ਦੇ ਨਾਲ ਭੇਦਭਾਵ ਦੇ ਕਈ ਮਾਮਲੇ ਸਾਹਮਣੇ ਆਉਣ ਮਗਰੋਂ ਇਹ ਫੈਸਲਾ ਲਿਆ ਗਿਆ। ਸਿਆਟਲ ਦੇ ਵਿੱਚ ਜਾਤੀ ਆਧਾਰਿਤ ਵਿਤਕਰਾ ਹੁਣ ਗੈਰ ਕਾਨੂੰਨੀ ਹੈ। ਸਿਆਟਲ ਜਾਤੀ ਆਧਾਰਿਤ ਭੇਦਭਾਵ ਤੇ ਪਾਬੰਦੀ ਲਗਾਉਣ ਵਾਲਾ ਅਮਰੀਕਾ ਦਾ ਪਹਿਲਾ ਸ਼ਹਿਰ ਬਣ ਗਿਆ। ਸਿਆਟਲ ਸਿਟੀ ਕੌਂਸਲ ਨੇ ਸ਼ਹਿਰ ਦੇ ਵਿਤਕਰੇ ਵਿਰੋਧੀ ਕਾਨੂੰਨ ਦੇ ਵਿੱਚ ਜਾਤੀ ਭੇਦਭਾਵ ਨੂੰ ਵੀ ਸ਼ਾਮਿਲ ਕਰ ਲਿਆ। 6 ਦੇ ਮੁਕਾਬਲੇ 1 ਦੇ ਨਾਲ ਪਾਸ ਹੋਏ ਆਰਡੀਨੈਂਸ ਦੇ ਸਮਰਥਕਾਂ ਨੇ ਕਿਹਾ ਕਿ ਜਾਤੀ ਆਧਾਰਿਤ ਵਿਤਕਰਾ ਕੌਮੀ ਅਤੇ ਧਾਰਮਿਕ ਤੌਰ ਤੇ ਨਿਰਧਾਰਿਤ ਕੀਤੀਆਂ ਗਈਆਂ ਹੱਦਾਂ ਦੀ ਉਲੰਘਣ ਹੈ। ਅਜਿਹੇ ਕਾਨੂੰਨ ਬਗੈਰ ਜਾਤੀ ਭੇਦਭਾਵ ਦਾ ਸਾਹਮਣਾ ਕਰਨ ਵਾਲਿਆਂ ਦੀ ਸੁਰੱਖਿਆ ਨਹੀਂ ਕੀਤੀ ਜਾ ਸਕਦੀ। For last like 30 to 40 years, we have tried to educate Western countries about our plight. We have knocked the doors of United Nations. We have knocked the doors of each and every human rights organization, which is why we think this is very historical. The law allows us to now speak, talk about things that are wrong. Without that, there's a fear of retaliation, and people do not want to talk about it. So which is why we consider this as a really big moment, because nowhere around the world such an ordinance has been passed outside of India. And I remember people from my community calling me slurs like crossbreed. They called me slurs like, you are a dirty blood. So when this ordinance passed today, I went close down to my childhood. Like, I heard all these things being like a 3-year-old or a 4-year-old. I have those memories in my heart. It's not a sprint, it's a marathon. So we are here for the long haul, to make sure that we protect our Hindu human rights as well as our culture and traditions like all other indigenous traditions across the world. ਪਿਛੋਕੜ ਤੇ ਨਜ਼ਰ ਮਾਰੀਏ ਤਾਂ ਸਿਆਟਲ ਦੀ ਸਿਟੀ ਕੌਂਸਲ ਵਿੱਚ ਇੱਕ ਪ੍ਰਤੀਨਿਧੀ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਸੀ ਜਿਸ ਨੇ ਭਾਰਤੀ ਮੂਲ ਦੇ ਲੋਕਾਂ ਦੇ ਵਿੱਚ ਬਹਿਸ ਛੇੜ ਦਿੱਤੀ ਸੀ। ਇਹ ਪ੍ਰਸਤਾਵ ਜਾਤੀ ਆਧਾਰਿਤ ਵਿਤਕਰੇ ਤੇ ਰੋਕ ਲਗਾਉਣ ਦੇ ਲਈ ਆਰਡੀਨੈਂਸ ਲਿਆਉਣ ਦੇ ਨਾਲ ਸੰਬੰਧਿਤ ਸੀ। ਇਸ ਪ੍ਰਸਤਾਵ ਨੂੰ ਪੇਸ਼ ਕਰਨ ਵਾਲੀ ਪ੍ਰਤੀਨਿਧੀ ਕਸ਼ਮਾ ਸਾਵੰਤ ਹੈ। ਕੌਂਸਲ ਨੇ ਪ੍ਰਸਤਾਵ ਤੇ VOTING ਕੀਤੀ, ਜਿਸ ਤੋਂ ਬਾਅਦ ਸਿਆਟਲ ਅਮਰੀਕਾ ਦਾ ਪਹਿਲਾ ਸ਼ਹਿਰ ਬਣਿਆ ਜਿੱਥੇ ਜਾਤ ਆਧਾਰਿਤ ਵਿਤਕਰਾ ਗੈਰ ਕਾਨੂੰਨੀ ਹੋ ਗਿਆ। ਪਰ ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਦੱਖਣੀ ਏਸ਼ੀਆਈ ਭਾਈਚਾਰੇ ਦੇ ਲੋਕਾਂ ਦੇ ਵਿੱਚ ਦੋ ਮਤ ਆ ਗਏ ਨੇ। ਭਾਈਚਾਰੇ ਦੇ ਲੋਕ ਦੋ ਮਤ ਹੋ ਗਏ ਨੇ। ਉਹਨਾਂ ਦਰਮਿਆਨ ਵਿਚਾਰਧਾਰਕ ਵੰਡ ਸਾਫ਼ ਦੇਖੀ ਜਾ ਸਕਦੀ ਹੈ। ਇਸ ਭਾਈਚਾਰੇ ਦੇ ਲੋਕ ਗਿਣਤੀ ਵਿੱਚ ਥੋੜੇ ਹਨ, ਪਰ ਉਹਨਾਂ ਨੂੰ ਪ੍ਰਭਾਵਸ਼ਾਲੀ ਸਮੂਹ ਵਜੋਂ ਦੇਖਿਆ ਜਾਂਦਾ ਹੈ। ਇਹ ਆਪਣਾ ਪਹਿਲੀ ਕਿਸਮ ਦਾ ਪ੍ਰਸਤਾਵ ਹੈ ਜੋ ਅਮਰੀਕਾ ਦੀ ਸਿਟੀ ਕੌਂਸਲ ਦੇ ਵਿੱਚ ਪੇਸ਼ ਕੀਤਾ ਗਿਆ ਹੋਵੇ। ਸਮਰਥਕ ਇਸ ਨੂੰ ਸਮਾਜਿਕ ਨਿਆਂ ਅਤੇ ਬਰਾਬਰਤਾ ਲਿਆਉਣ ਦੀ ਰਾਹ ਵੱਲ ਜਾਂਦਾ ਇੱਕ ਅਹਿਮ ਕਦਮ ਮੰਨ ਰਹੇ ਹਨ। ਦੂਜੇ ਪਾਸੇ ਤਕਰੀਬਨ ਅੱਧੀ ਗਿਣਤੀ ਉਹਨਾਂ ਲੋਕਾਂ ਦੀ ਹੈ ਜੋ ਇਸ ਦਾ ਵਿਰੋਧ ਕਰ ਰਹੇ ਹਨ। ਵਿਰੋਧ ਕਰਨ ਵਾਲਿਆਂ ਦਾ ਇਲਜ਼ਾਮ ਇਹ ਹੈ ਕਿ ਇਸ ਮਤੇ ਦਾ ਮਕਸਦ ਦੱਖਣੀ ਏਸ਼ੀਆ ਦੇ ਲੋਕਾਂ, ਖਾਸ ਕਰਕੇ ਭਾਰਤੀ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣਾ ਹੈ। ਉਧਰ ਦੂਜੇ ਪਾਸੇ ਇਹ ਪਟੀਸ਼ਨ ਕਰਤਾ ਭਾਰਤੀ ਮੂਲ ਦੀ ਹੀ ਹੈ। ਕਸ਼ਮਾ ਸਾਵੰਤ ਖੁਦ ਉੱਚ ਜਾਤੀ ਨਾਲ ਸੰਬੰਧਿਤ ਹੈ। ਉਹਨਾਂ ਕਿਹਾ, ਸਾਨੂੰ ਇਹ ਸਮਝਣ ਦੀ ਲੋੜ ਹੈ ਭਾਵੇਂ ਅਮਰੀਕਾ ਵਿੱਚ ਦਲਿਤਾਂ ਦੇ ਨਾਲ ਵਿਤਕਰਾ ਉਸ ਪੱਧਰ ਤੇ ਨਜ਼ਰ ਨਹੀਂ ਆਉਂਦਾ ਜਿੰਨਾ ਦੱਖਣ ਏਸ਼ੀਆ ਦੇ ਵਿੱਚ ਹਰ ਥਾਂ ਤੇ ਦੇਖਿਆ ਜਾ ਸਕਦਾ ਹੈ, ਪਰ ਫਿਰ ਵੀ ਅਮਰੀਕਾ ਵਿੱਚ ਅਜਿਹਾ ਵਿਤਕਰਾ ਹੁੰਦਾ ਹੈ। ਇਹ ਇੱਕ ਹਕੀਕਤ ਹੈ। ਭਾਰਤੀ ਮੂਲ ਦੇ ਕਈ ਅਮਰੀਕੀਆਂ ਦਾ ਵਿਚਾਰ ਹੈ ਕਿ ਜਾਤ ਨੂੰ ਨੀਤੀ ਦਾ ਹਿੱਸਾ ਬਣਾਉਣ ਦੇ ਨਾਲ ਅਮਰੀਕਾ ਦੇ ਵਿੱਚ ਹਿੰਦੂਫੋਬੀਆ ਦੀਆਂ ਘਟਨਾਵਾਂ ਵੱਧ ਸਕਦੀਆਂ ਨੇ। ਅਮਰੀਕਾ ਵਿੱਚ ਜਾਤ ਆਧਾਰਿਤ ਵਿਤਕਰੇ ਦੇ ਮਾਮਲੇ ਦੇ ਵਿੱਚ ਇਸ ਨਤੀਜੇ ਦਾ ਵੱਡਾ ਅਸਰ ਪੈ ਸਕਦਾ ਹੈ। ਮਤਾ ਪਾਸ ਹੋਣ ਮਗਰੋਂ ਸਾਵੰਤ ਨੇ ਆਖਿਆ ਕਿ ਸਾਡੇ ਅੰਦੋਲਨ ਕਾਰਨ ਸਿਆਟਲ ਦੇ ਵਿੱਚ ਜਾਤ ਆਧਾਰਿਤ ਵਿਤਕਰੇ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜੋ ਦੇਸ਼ ਵਿੱਚ ਪਹਿਲੀ ਵਾਰ ਹੋਇਆ। ਇਸ ਫੈਸਲੇ ਦੀ ਜਾਣਕਾਰੀ ਦੇਸ਼ ਭਰ ਵਿੱਚ ਫੈਲਾਉਣ ਦੇ ਲਈ ਸਾਨੂੰ ਅੰਦੋਲਨ ਨੂੰ ਅੱਗੇ ਵਧਾਉਣਾ ਹੋਵੇਗਾ। ਇਹ ਮਤਾ ਪਾਸ ਹੋਣ ਤੋਂ ਪਹਿਲਾਂ ਕਸ਼ਮਾ ਸਾਵੰਤ ਦੇ ਵੱਲੋਂ ਕਈ ਰੈਲੀਆਂ ਕੀਤੀਆਂ ਗਈਆਂ, ਕਈ ਪ੍ਰੈਸ ਕਾਨਫਰੰਸਿਸ ਕੀਤੀਆਂ ਗਈਆਂ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਪ੍ਰਸਤਾਵ ਕਿਉਂ ਲਾਗੂ ਹੋਣਾ ਚਾਹੀਦਾ ਹੈ। The struggle against racial and gender oppression in Seattle and all across America needs to be linked with the fight against all oppression and against economic exploitation of the majority of working people under capitalism. As a socialist, I am fighting for a world that is free of all oppression, whether it is based on race, gender, caste, or religion, and a world free of all economic exploitation. Caste discrimination does not only take place in other countries,
it is faced by South Asian American and other immigrant working people in their workplaces, including in the tech sector, in Seattle, and in cities around the country. That is why my office is bringing forward first in the nation legislation for our city to ban caste-based discrimination, in solidarity with our South Asian and other immigrant community members and all working people. The legislation will prohibit businesses from discriminating based on caste with respect to hiring, tenure, promotion, workplace conditions, or wages. It will ban discrimination based on caste in places of public accommodation, such as hotels, public transportation, public restrooms, or retail establishments. The law will also prohibit housing discrimination based on caste in rental housing leases, property sales, and mortgage loans. Caste is a system of rigid social stratification characterized by hereditary status, endogamy, meaning completely closed categories, and social barriers based on birth and descent. Caste discrimination occurs in the form of social segregation, economic deprivation, physical and psychological abuse, and violence. Caste discrimination is also manifested in employment, education, and housing. We know that caste discrimination has been growing in the United States across many industries, including technology, construction, restaurants, and the service industry, and in domestic work. Caste discrimination is increasingly a grave contributor to workplace discrimination and bias. Data from Equality Labs shows that 1 in 4 caste-oppressed people face physical and verbal assault, 1 in 3 faced education discrimination, and 2 in 3, 67%, faced workplace discrimination. Seattle is one of the cities where caste discrimination has been largely hidden and unreported issue. With over 167,000 people of South Asian origin living in Washington, largely concentrated in the greater Seattle area, elected officials in the region have a political and moral obligation to address caste discrimination and not allow it to remain invisible and unaddressed. ਮਤੇ ਤੇ VOTING ਤੋਂ ਪਹਿਲਾਂ ਭਾਰਤੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਇਸ ਨੂੰ ਆਪਣੀ ਹਮਾਇਤ ਦਿੱਤੀ ਸੀ। ਉਹਨਾਂ ਕਿਹਾ ਅਮਰੀਕਾ ਸਮੇਤ ਦੁਨੀਆ ਵਿੱਚ ਕਿਤੇ ਵੀ ਜਾਤ ਆਧਾਰਿਤ ਵਿਤਕਰੇ ਲਈ ਕੋਈ ਥਾਂ ਨਹੀਂ ਹੈ। ਇਸ ਲਈ ਕੁਝ ਕਾਲਜਸ ਅਤੇ ਯੂਨੀਵਰਸਿਟੀਜ਼ ਨੇ ਆਪਣੇ ਕੈਂਪਸਸ ਦੇ ਵਿੱਚ ਇਸ ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਵਰਕਰ ਆਪਣੇ ਹੱਕਾਂ ਦੇ ਲਈ ਲੜ ਰਹੇ ਹਨ। ਸਿਐਟਲ ਵਿੱਚ ਜਾਤ ਆਧਾਰਿਤ ਵਿਤਕਰੇ ਤੇ ਪਾਬੰਦੀ ਲਗਾਉਣ ਵਾਲੇ ਮਤੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਕੁਐਲਿਟੀ ਲੈਬਸ ਨੇ ਕਿਹਾ ਇਸ ਫੈਸਲੇ ਨਾਲ ਪਿਆਰ ਨੇ ਨਫ਼ਰਤ ਤੇ ਜਿੱਤ ਹਾਸਲ ਕਰ ਲਈ ਹੈ। ਮਤੇ ਖਿਲਾਫ ਮੁਹਿੰਮ ਚਲਾਉਣ ਵਾਲੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਿਹਾ ਕਿ ਦੱਖਣ ਏਸ਼ੀਆਈ ਲੋਕਾਂ ਨੂੰ ਵੱਖ ਕਰਨਾ ਅਤੇ ਗੈਰ ਵਿਤਕਰੇ ਵਾਲੀ ਨੀਤੀ ਵਿੱਚ ਜਾਤ ਨੂੰ ਜੋੜਨਾ ਉਸੇ ਨੀਤੀ ਦੀ ਉਲੰਘਣਾ ਹੈ ਜਿਸ ਵਿੱਚ ਹੁਣ ਸੋਧ ਕੀਤੀ ਗਈ ਹੈ। One struggle, one fight. One struggle, one fight. One struggle, one fight. One struggle, one fight. Thank you. So let's keep in mind the fact that we are being shouted at by the right wing shows how much is at stake. Because if we win today, it will be an absolutely historic victory. And the best way of shutting up the right wing is not to engage in individual arguments with them. They can shout us out loud if they want. But if we win the ordinance, they are defeated. ਅਮਰੀਕਾ ਦੇ ਵਿੱਚ 42 ਲੱਖ ਤੋਂ ਵੱਧ ਭਾਰਤੀ ਰਹਿੰਦੇ ਹਨ। ਪਿਛਲੇ 3 ਸਾਲਾਂ ਦੇ ਦੌਰਾਨ ਪੂਰੇ ਅਮਰੀਕਾ ਵਿੱਚ 10 ਹਿੰਦੂ ਮੰਦਰਾਂ ਅਤੇ 5 ਮੂਰਤੀ ਦੀਆਂ ਭੰਨਤੋੜ ਦੀਆਂ ਘਟਨਾਵਾਂ ਵਾਪਰੀਆਂ। ਇਹਨਾਂ ਵਿੱਚ ਮਹਾਤਮਾ ਗਾਂਧੀ ਅਤੇ ਮਰਾਠਾ ਰਾਜਾ ਛਤਰਪਤੀ ਸ਼ਿਵਾਜੀ ਦੀ ਮੂਰਤੀ ਨਾਲ ਛੇੜਛਾੜ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਕੁਝ ਲੋਕਾਂ ਨੇ ਇਹਨਾਂ ਘਟਨਾਵਾਂ ਨੂੰ ਹਿੰਦੂ ਭਾਈਚਾਰੇ ਨੂੰ ਡਰਾਉਣ ਦੀ ਕੋਸ਼ਿਸ਼ ਦੱਸਿਆ ਸੀ। ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ਪ੍ਰਵਾਸੀਆਂ ਵਿੱਚ ਦੂਜੇ ਨੰਬਰ ਤੇ ਹੈ। ਅਮਰੀਕੀ ਕਮਿਊਨਿਟੀ ਸਰਵੇ ਦੇ 2018 ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਕਿ ਅਮਰੀਕਾ ਵਿੱਚ ਭਾਰਤੀ ਮੂਲ ਦੇ ਲਗਭਗ 42 ਲੱਖ ਲੋਕ ਰਹਿੰਦੇ ਹਨ।
ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਅਜਿਹੀ ਕੋਸ਼ਿਸ਼ ਕੀਤੀ ਗਈ ਸੀ ਕਿ ਆਰਡੀਨੈਂਸ ਲਿਆਂਦਾ ਜਾਵੇ। ਸਿਟੀ ਕੌਂਸਲ ਦਾ ਆਰਡੀਨੈਂਸ ਇਹ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ 2021 ਵਿੱਚ ਸੈਂਟਾ ਕਲਾਰਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਇਕੁਐਲਿਟੀ ਲੈਬ ਬਰਾਬਰਤਾ ਦੀ ਸੀਮਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਦੇ ਇਤਰਾਜ਼ਾਂ ਨੂੰ ਸੁਣਨ ਤੋਂ ਬਾਅਦ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਸੀ। ਸਿਆਟਲ ਵਿੱਚ ਪੇਸ਼ ਪ੍ਰਸਤਾਵ ਵਿੱਚ ਸਮਾਨਤਾ ਲੈਬਸ ਦੇ ਦੁਆਰਾ ਇੱਕ ਜਾਤੀ ਆਧਾਰਿਤ ਸਰਵੇਖਣ ਦੀ ਵਰਤੋਂ ਕੀਤੀ ਗਈ ਹੈ। ਮਤੇ ਵਿੱਚ ਹਿੰਦੂ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਸੀ, ਪਰ ਜਾਤੀ ਸਰਵੇਖਣ ਦੇ ਮਾਮਲੇ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਅੰਬੇਡਕਰ ਫੂਲੇ ਨੈਟਵਰਕ ਆਫ ਅਮਰੀਕਨ ਦਲਿਤਸ ਐਂਡ ਬੋਜਨਸ ਨੇ ਇੱਕ ਬਿਆਨ ਜਾਰੀ ਕੀਤਾ। ਬਿਆਨ ਦੇ ਵਿੱਚ ਕਿਹਾ ਗਿਆ ਕਿ ਜਾਤੀ ਨੂੰ ਖਾਸ ਤੌਰ ਤੇ ਸੁਰੱਖਿਅਤ ਸ਼੍ਰੇਣੀ ਨਾਲ ਸ਼ਾਮਲ ਕਰਨ ਦੇ ਨਾਲ ਦੱਖਣ ਏਸ਼ੀਆਈ ਮੂਲ ਦੇ ਸਾਰੇ ਲੋਕਾਂ ਨੂੰ ਅਣਉਚਿਤ ਤਰੀਕੇ ਨਾਲ ਵੰਡੇ ਜਾਣਗੇ। ਇਹਨਾਂ ਵਿੱਚ ਦਲਿਤ ਅਤੇ ਬੋਜਨ ਸਮਾਜ ਸ਼ਾਮਲ ਹਨ। ਬਿਆਨ ਵਿੱਚ ਕਿਹਾ ਗਿਆ ਕਿ ਜੇ ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਸਿਆਟਲ ਦੇ ਰੁਜ਼ਗਾਰ ਦੇਣ ਵਾਲੇ ਲੋਕ ਦੱਖਣ ਏਸ਼ੀਆ ਦੇ ਲੋਕਾਂ ਨੂੰ ਨੌਕਰੀ ਤੇ ਰੱਖਣ ਲੱਗਿਆਂ ਬਿਨਾਂ ਸੋਚਣਗੇ। ਬਿਆਨ ਵਿੱਚ ਕਿਹਾ ਗਿਆ ਕਿ ਇਸ ਨਾਲ ਦੱਖਣ ਏਸ਼ੀਆਈ ਮੂਲ ਦੇ ਲੋਕਾਂ ਨੂੰ ਮਿਲਣ ਵਾਲੇ ਰੁਜ਼ਗਾਰ ਦੇ ਮੌਕੇ ਘਟ ਜਾਣਗੇ। ਅਧਿਕਾਰਾਂ ਲਈ ਆਵਾਜ਼ ਉਠਾਉਣ ਵਾਲੀ ਇੱਕ ਖਾਸ ਸੰਸਥਾ ਇਕੁਐਲਿਟੀ ਲੈਬ ਨੇ ਸਿਟੀ ਕੌਂਸਲ ਦੇ ਮੈਂਬਰਾਂ ਨੂੰ ਹਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਸੀ। ਇਕੁਐਲਿਟੀ ਲੈਬ ਨੇ ਕਿਹਾ, ਅਸੀਂ ਲੰਬੇ ਸਮੇਂ ਤੋਂ ਜਾਣਦੇ ਹਾਂ ਕਿ ਅਮਰੀਕਾ ਦੇ ਸਕੂਲਾਂ ਅਤੇ ਕਾਰਜ ਸਥਾਨਾਂ ਵਿੱਚ ਨਸਲੀ ਵਿਤਕਰਾ ਹੁੰਦਾ, ਫਿਰ ਵੀ ਇਹ ਇੱਕ ਦੱਬਿਆ ਹੋਇਆ ਮੁੱਦਾ ਬਣਿਆ ਹੋਇਆ ਹੈ। ਸਾਵੰਤ ਨੇ ਕਿਹਾ, ਇਸ ਵਾਰ ਵੋਟਿੰਗ ਸਮੇਂ ਵੀ ਬਹੁਤ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਤੇ ਉਹਨਾਂ ਨੇ ਆਪਣਾ ਪੱਖ ਵੀ ਰੱਖਿਆ। The real issue is we need this law on the books so that legally caste discrimination is outlawed, so that that law can then be used to take it to the courts. And we have no illusions. Winning in the courts will also require a movement. It's not, our work will not be done here. We will need a movement to win anti-discrimination lawsuits in court. And a lot of people who have opposed this legislation have said, well, you know, we need to explain it to the corporate guys. You know, they don't understand caste. Of course they understand, but they have no interest in doing anything about it. And I was asked earlier today, I was asked, but don't you want to educate the corporate bosses? And my response to them was, you know, the best way of educating corporate bosses is win a lawsuit against them. That will educate them overnight. Again, you know, just on a sobering note for our movement, let's remember that if we win this. Okay, I'm going to ask that the audience come to order. I've asked a couple of times. The chair has asked the meeting to come to order, and order is not being restored. So we will clear the room if we can't have order in the chambers. Please. Please continue, Councilmember Sawant. Thank you. So I want to just inject a sobering note for our movement. If we, and also you know, just accuracy. If we win today, this will be nothing short of historic. This is making waves around the world, not just in the United States, but it's also not. Our work will not be done. Our work will only be begun. So once we pass this law, we will need to actually exercise this law in the courts. So those of you who are here, those of you who are watching remotely, we will need you to come out with us to actually win those lawsuits against corporations in order to ban caste discrimination. Caste discrimination will not be banned by just putting a law on the books. That's the first step. And even that is hard. You see the opposition, but it will hardly be the last step. I wanted to thank so many of our community members, tech workers, union members, South Asian supporters of all. ਉਧਰ ਕੋਲੀਏਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਦੇ ਨਾਲ ਸੰਬੰਧਿਤ ਇੱਕ ਸ਼ਖਸ ਦਾ ਕਹਿਣਾ ਹੈ, ਇਹ ਦੇਖ ਕੇ ਡਰ ਲੱਗਦਾ ਹੈ ਕਿ ਨਫ਼ਰਤ ਸਮੂਹਾਂ ਦੇ ਗਲਤ ਅੰਕੜਿਆਂ ਦੇ ਆਧਾਰ ਤੇ ਗੈਰ ਪ੍ਰਮਾਣਿਤ ਦਾਅਵਿਆਂ ਦੁਆਰਾ ਘੱਟ ਗਿਣਤੀ ਭਾਈਚਾਰੇ ਨੂੰ ਖੁੱਲ੍ਹੇਆਮ ਅਲੱਗ-ਥਲੱਗ ਕਰ ਦਿੱਤਾ ਜਾਵੇ। ਉਹਨਾਂ ਦਾ ਸਮੂਹ ਅਮਰੀਕਾ ਭਰ ਵਿੱਚ ਅਜਿਹੇ ਪ੍ਰਸਤਾਵਾਂ ਖਿਲਾਫ ਮੁਹਿੰਮ ਚਲਾ ਰਿਹਾ ਹੈ। ਉਹ ਕਹਿੰਦੇ ਹਨ ਕਿ ਪ੍ਰਸਤਾਵਿਤ ਆਰਡੀਨੈਂਸ ਘੱਟ ਭਾਈਚਾਰੇ ਯਾਨੀ ਕਿ ਦੱਖਣ ਏਸ਼ੀਆਈ ਲੋਕਾਂ ਦੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਕਰੇਗਾ, ਕਿਉਂਕਿ ਪਹਿਲਾਂ ਇਹ ਉਹਨਾਂ ਨੂੰ ਦੋ ਫਾੜ ਕਰਕੇ ਮੁੱਖ ਧਾਰਾ ਤੋਂ ਬਾਹਰ ਕਰ ਦੇਵੇਗਾ। ਦੂਜਾ, ਇਹ ਮਾਨਤਾ ਹੈ ਕਿ ਦੱਖਣ ਏਸ਼ੀਆ ਦੇ ਲੋਕਾਂ ਨਾਲ ਹੋਰ ਭਾਈਚਾਰਿਆਂ ਦੇ ਮੁਕਾਬਲੇ ਵਿਤਕਰੇ ਦੀ ਭਾਵਨਾ ਜ਼ਿਆਦਾ ਹੈ ਤੇ ਇਹ ਰਵੱਈਏ ਵਿੱਚ ਵੀ ਹੈ। ਇਸ ਦੇ ਨਾਲ ਹੀ ਇੱਕ ਹੋਰ ਗੱਲ ਵੀ ਹੈ ਕਿ ਇਹ ਧਾਰਨਾ ਵੀ ਨਫ਼ਰਤ ਸਮੂਹਾਂ ਦੇ ਗਲਤ ਅੰਕੜਿਆਂ ਤੇ ਆਧਾਰਿਤ ਹੈ। ਆਰਡੀਨੈਂਸ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਜਨਤਕ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ। ਇਸ ਦੇ ਸਮਰਥਕ ਅਮਰੀਕੀ ਅਖਬਾਰਾਂ ਵਿੱਚ ਕਾਲਮ ਅਤੇ ਲੇਖ ਲਿਖ ਰਹੇ ਹਨ।
ਉੱਤਰੀ ਅਮਰੀਕਾ ਦੇ ਹਿੰਦੂਆਂ ਦੇ ਗੱਠਜੋੜ ਨੇ ਦੱਖਣੀ ਏਸ਼ੀਆ ਦੇ ਸ਼ਹਿਰਾਂ ਦੇ ਕਾਉਂਸਲਰ ਅਤੇ ਲੋਕਾਂ ਨੂੰ ਆਪਣਾ ਪੱਖ ਦੱਸਦੇ ਹਜ਼ਾਰਾਂ ਈਮੇਲ ਕੀਤੇ ਹਨ। ਉਹਨਾਂ ਨੇ ਵਿਰੋਧ ਕਰਨ ਦੇ ਲਈ ਮੀਟਿੰਗ ਦਾ ਆਯੋਜਨ ਕੀਤਾ ਤਾਂ ਜੋ ਸਾਰੇ ਕਾਰਨਾਂ ਦਾ ਹਵਾਲਾ ਦਿੰਦਿਆਂ ਇਸ ਨੂੰ ਇੱਕ ਮਾੜਾ ਵਿਚਾਰ ਦੱਸਿਆ ਜਾ ਸਕੇ। ਤਕਰੀਬਨ 100 ਸੰਸਥਾਵਾਂ ਤੇ ਕਾਰੋਬਾਰਾਂ ਦੇ ਇੱਕ ਸਮੂਹ ਨੇ ਇਸ ਹਫ਼ਤੇ ਸਿਆਟਲ ਸਿਟੀ ਕੌਂਸਲ ਨੂੰ ਇੱਕ ਪੱਤਰ ਭੇਜ ਕੇ ਪ੍ਰਸਤਾਵ ਦੇ ਵਿਰੁੱਧ ਵੋਟ ਪਾਉਣ ਦੀ ਅਪੀਲ ਕੀਤੀ ਸੀ। ਕੋਲੀਜਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਦੇ ਮੁਖੀ ਨੇ ਕਿਹਾ, ਜੇ ਪ੍ਰਸਤਾਵਿਤ ਆਰਡੀਨੈਂਸ ਲਾਗੂ ਹੋ ਜਾਂਦਾ ਤਾਂ ਇਹ ਮੰਨਿਆ ਜਾਵੇਗਾ ਇਹ ਸਮੁੱਚਾ ਭਾਈਚਾਰਾ ਖਾਸ ਤੌਰ ਤੇ ਅਮਰੀਕਾ ਵਿੱਚ ਰਹਿਣ ਵਾਲੇ ਲੋਕ ਜਾਤ ਆਧਾਰਿਤ ਵਿਤਕਰੇ ਦੇ ਮੁਲਜ਼ਮ ਹਨ, ਬਸ਼ਰਤੇ ਉਹ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰਦੇ ਨੇ। ਇਸ ਨੂੰ ਛੱਡ ਦਿਓ, ਇਹ ਅਮਰੀਕੀ ਸੱਭਿਆਚਾਰ ਨਹੀਂ ਹੈ ਅਤੇ ਗਲਤ ਹੈ। ਦੂਜੇ ਪਾਸੇ ਪ੍ਰਸਤਾਵ ਪੇਸ਼ ਕਰਨ ਵਾਲੀ ਕਸ਼ਮਾ ਸਾਵੰਤ ਵੀ VOTING ਤੋਂ ਪਹਿਲਾਂ ਆਪਣੀ ਮੁਹਿੰਮ ਤੇਜ਼ ਕਰਨ ਵਿੱਚ ਰੁੱਝੀ ਹੋਈ ਸੀ। ਉਹਨਾਂ ਨੇ 2 ਭਾਰਤੀ ਅਮਰੀਕੀ ਕਾਂਗਰਸੀਆਂ ਰੌ ਖੰਨਾ ਅਤੇ ਪ੍ਰੈਮਿਲਾ ਜੈਪਾਲ ਨੂੰ ਪੱਤਰ ਲਿਖ ਕੇ ਸਮਰਥਨ ਦੀ ਮੰਗ ਵੀ ਕੀਤੀ ਸੀ। ਸਾਲ 1948 ਦੇ ਵਿੱਚ ਭਾਰਤ ਵਿੱਚ ਜਾਤ ਆਧਾਰਿਤ ਵਿਤਕਰੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ 1950 ਵਿੱਚ ਇਸ ਨੀਤੀ ਨੂੰ ਸੰਵਿਧਾਨ ਵਿੱਚ ਵੀ ਸ਼ਾਮਿਲ ਕਰ ਲਿਆ ਗਿਆ ਸੀ। ਹੁਣ ਇਹ ਨੀਤੀਆਂ ਬਣਾਈਆਂ ਜਾ ਰਹੀਆਂ ਨੇ। ਉਧਰ ਦੂਜੇ ਪਾਸੇ ਹੋਰ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਨੇ, ਜਿੱਥੇ ਜਾਤ ਆਧਾਰਿਤ ਨਫ਼ਰਤ ਦੀ ਗੱਲ ਹੋ ਰਹੀ ਹੈ ਉੱਥੇ ਨਫ਼ਰਤੀ ਅਪਰਾਧਾਂ ਦੀ ਗੱਲ ਕਰੀਏ ਤਾਂ ਅਮਰੀਕਾ ਵਿੱਚ 2021 ਵਿੱਚ ਨਫ਼ਰਤੀ ਅਪਰਾਧਾਂ ਦਾ ਸਭ ਤੋਂ ਵੱਧ ਸ਼ਿਕਾਰ ਯਹੂਦੀ ਅਤੇ ਸਿੱਖ ਧਾਰਮਿਕ ਸਮੂਹ ਹੋਏ। ਇਹ ਜਾਣਕਾਰੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਦੇ ਦੇਸ਼ ਭਰ ਵਿੱਚ ਅਜਿਹੀਆਂ ਘਟਨਾਵਾਂ ਬਾਰੇ ਸਾਲਾਨਾ ਰਿਪੋਰਟ ਤੋਂ ਮਿਲੀ ਹੈ। FBI ਨੇ ਦੱਸਿਆ ਕਿ 2021 ਵਿੱਚ ਧਰਮ ਨਾਲ ਸੰਬੰਧਿਤ ਨਫ਼ਰਤੀ ਅਪਰਾਧਾਂ ਦੇ ਕੁੱਲ 1005 ਮਾਮਲੇ ਸਾਹਮਣੇ ਆਏ ਹਨ। ਧਰਮ ਆਧਾਰਿਤ ਅਪਰਾਧ ਦੀਆਂ ਸਭ ਤੋਂ ਵੱਡੀਆਂ ਸ਼੍ਰੇਣੀਆਂ ਵਿੱਚੋਂ ਯਹੂਦੀ ਵਿਰੋਧੀ ਘਟਨਾਵਾਂ 31.9% ਹਨ। ਇਸ ਤੋਂ ਬਾਅਦ ਸਿੱਖ ਵਿਰੋਧੀ ਘਟਨਾਵਾਂ 21.3% ਰਹੀਆਂ। ਇਸ ਦੇ ਨਾਲ ਹੀ ਮੁਸਲਿਮ ਵਿਰੋਧੀ ਘਟਨਾਵਾਂ 9.5%, ਕੈਥੋਲਿਕ ਵਿਰੋਧੀ ਘਟਨਾਵਾਂ 6.1% ਅਤੇ ਪੂਰਬੀ ਆਰਥੋਡਾਕਸ ਰੂਸੀ ਗ੍ਰੀਕ ਅਤੇ ਹੋਰ ਵਿਰੋਧੀ ਘਟਨਾਵਾਂ 6.5% ਰਹੀਆਂ। ਇਸ ਦੇ ਨਾਲ ਕਾਲੇ ਜਾਂ ਅਫਰੀਕੀ ਅਮਰੀਕਨਜ਼ ਨੂੰ ਵੀ ਵੱਡੇ ਪੱਧਰ ਤੇ ਨਿਸ਼ਾਨਾ ਬਣਾਇਆ ਗਿਆ ਤੇ ਉਹਨਾਂ ਦੀ ਗਿਣਤੀ 63.2% ਦੱਸੀ ਗਈ ਹੈ। ਇਹ ਘਟਨਾਵਾਂ ਜਿੱਥੇ ਵੀ ਰਹਿੰਦੇ ਹੋਣ, ਚਾਹੇ ਅਮਰੀਕਾ, ਕੈਨੇਡਾ, ਚਾਹੇ ਭਾਰਤ ਹੈ ਤੇ ਚਾਹੇ ਕੋਈ ਹੋਰ ਮੁਲਕ ਹੈ, ਵਾਪਰਦੀਆਂ ਰਹਿੰਦੀਆਂ ਨੇ। ਕਿਸੇ ਦੇਸ਼ ਵਿੱਚ ਘੱਟ ਤੇ ਕਿਸੇ ਦੇਸ਼ ਦੇ ਵਿੱਚ ਵੱਧ ਇਹ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ। ਹੁਣ ਸਿਆਟਲ ਪਹਿਲਾ ਸੂਬਾ ਬਣ ਗਿਆ, ਪਰ ਇੱਥੇ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ, ਮਨੁੱਖਤਾ ਨੂੰ ਸਮਝਾਉਣ ਦੀ ਲੋੜ ਹੈ ਕਿ ਕੀ ਕਰ ਰਹੇ ਨੇ। ਜਾਤ ਪਾਤ ਲੋਕਾਂ ਦੇ ਖੁਦ ਦੇ ਬਣਾਏ ਹੋਏ ਨੇ। ਜਾਤਾਂ ਪਾਤਾਂ ਦੇ ਵਿੱਚ ਉਲਝਾ ਕੇ ਰਾਜਨੇਤਾ ਸਿਆਸਤ ਕਰਨ ਤੋਂ ਬਾਜ ਨਹੀਂ ਆ ਰਹੇ। ਅਮਰੀਕਾ ਦੇ ਵਿੱਚ ਇਹ ਕਾਨੂੰਨ ਹੁਣ ਕਿਸ ਤਰ੍ਹਾਂ ਦੇ ਨਾਲ ਆਪਣਾ ਰੰਗ ਦਿਖਾਉਂਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ TV।